ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਕਹੋ ਨਾਨਕ ਅਬ ਓਟ ਹਾਰ, ਗਜ ਜਿਉ ਹੋ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਦੇ ਅੰਦਰ ਵਿਰਾਜਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਸਤਿਗੁਰੂ ਜੀ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਕਰਦੇ ਨੇ। ਸਾਡਾ ਇਹ ਜੀਵਨ ਬਹੁਤ ਅਨਮੋਲਕ ਹੈ ਤੇ ਸਾਡਾ ਜਿਹੜਾ ਮਨ ਰੂਪੀ ਭਾਂਡਾ ਹੈ ਉਹ ਵਿਕਾਰਾਂ ਦੇ ਨਾਲ ਗਰਸਿਆ ਹੈ, ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ, ਜਿਹਦਾ ਕਰਕੇ ਜੀਵਨ ਦੇ ਵਿੱਚੋਂ ਉਹ ਆਤਮਿਕ ਆਨੰਦ, ਆਤਮਿਕ ਅਡੋਲਤਾ ਦੀ ਪ੍ਰਾਪਤੀ ਨਹੀਂ ਹੋ ਰਹੀ। ਤੇ ਇਹ ਭਾਂਡਾ ਜਿਹੜਾ ਹੈ ਸਾਧ ਸੰਗਤ, ਇਹ ਆਪਣੀ ਕਿਸੇ ਤਰ੍ਹਾਂ ਦੀ ਸਮਰੱਥਾ ਦੇ ਨਾਲ ਸਾਫ਼ ਨਹੀਂ ਹੋ ਸਕਦਾ, ਜਿੰਨਾ ਮਰਜ਼ੀ ਯਤਨ ਕਰ ਲਈਏ। ਹਾਂ, ਇਹ ਜਿਹੜਾ ਭਾਂਡਾ ਹੈ ਸਾਡੇ ਜੀਵਨ ਦਾ, ਸਾਡੇ ਮਨ ਰੂਪੀ ਭਾਂਡਾ, ਇਹ ਸਾਫ਼ ਹੋ ਸਕਦਾ ਹੈ। ਉਹ ਕਿੱਥੋਂ ਸਾਫ਼ ਹੋਣਾ ਹੈ? ਸਤ ਸੰਗਤ ਦੇ ਵਿੱਚੋਂ। ਤੇ ਪਰਮੇਸ਼ਰ ਵਾਹਿਗੁਰੂ ਨੂੰ ਤੇ ਗੁਰੂ ਨੂੰ ਭਾਂਡਾ ਸਾਫ਼ ਪਾਉਂਦਾ ਹੈ। ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤੈ ਹੱਛਾ ਨਾ ਹੋਏ ਸੀ। ਫਿਰ ਮਹਾਰਾਜ ਕਿੱਥੋਂ ਧੋਈਏ? ਤੇ ਸਤਿਗੁਰੂ ਅੱਗੇ ਕਹਿੰਦੇ ਆ, ਮਹਾਰਾਜ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਇਸ ਦੁਆਰੇ ਤੇ ਇਹ ਭਾਂਡਾ, ਮਨ ਰੂਪੀ ਭਾਂਡਾ ਸਾਫ਼ ਕੀਤਾ ਜਾਂਦਾ ਹੈ। ਰੋਜ਼ ਜਦੋਂ ਸੰਗਤ ਕਰਦੇ ਹਾਂ, ਬੰਦਗੀ ਕਰਦੇ ਹਾਂ, ਸਾਧਨਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਸੁਣਦੇ ਹਾਂ, ਮੰਨਦੇ ਹਾਂ, ਕਮਾਉਂਦੇ ਹਾਂ, ਤੇ ਜੀਵਨ ਤਬਦੀਲ ਹੁੰਦਾ ਹੈ। ਜੀਵਨ ਦੇ ਵਿੱਚ ਕੁਝ ਪ੍ਰਾਪਤੀ ਹੁੰਦੀ ਹੈ। ਸੋ ਜੀਵਨ ਨੂੰ ਸਫਲ ਕਰਨ ਵਾਸਤੇ ਆਪ ਜੀ ਹਰ ਰੋਜ਼ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਸਰਵਣ ਕਰ ਰਹੇ ਹੋ। ਅੱਜ ਦਾ ਇਹ ਸ਼ਲੋਕਾਂ ਦਾ ਜੋ ਪਾਵਨ ਦੀਵਾਨ ਹੈ, ਇਹਦੀ ਸਮਾਪਤੀ ਹੈ, ਕਿਉਂਕਿ ਅਖੀਰਲੇ 5 ਸ਼ਲੋਕ ਰਹਿ ਗਏ ਹਨ ਜਿਨ੍ਹਾਂ ਦੀ ਆਪਾਂ ਅੱਜ ਵਿਚਾਰ ਕਰਨੀ ਹੈ। ਉਪਰੰਤ ਫਿਰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 19 ਤਰੀਕ ਨੂੰ ਫਿਰ ਭੋਗ ਪਵੇਗਾ। ਉਪਰੰਤ ਦੀਵਾਨ ਸੱਜਣਗੇ। ਸਤਿਗੁਰਾਂ ਦਾ ਜੀਵਨ ਇਤਿਹਾਸ ਆਪਾਂ ਸਭਨਾਂ ਨੇ ਵਿਚਾਰਨਾ ਹੈ। ਸਤਿਗੁਰਾਂ ਨੇ ਕੀ ਰਹਿਮਤਾਂ ਅੱਜ ਦੇ ਇਹਨਾਂ ਸ਼ਲੋਕਾਂ ਦੇ ਅੰਦਰ ਕੀਤੀਆਂ ਨੇ। ਆਪ ਜੀ ਨੇ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਆਓ ਆਰੰਭਤਾ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੀਏ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਕਹੋ ਨਾਨਕ ਅਬ ਓਟ ਹਾਰ, ਗਜ ਜਿਉ ਹੋ ਸਹਾਇ। ਸਤਿਗੁਰੂ ਰਹਿਮਤ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਹਨਾਂ ਪਾਵਨ ਸ਼ਲੋਕਾਂ ਦੇ ਅੰਦਰ ਸਤਿਗੁਰੂ
ਦੋਹਰਾ ਜੋ ਗੁਰਬਾਣੀ ਦੇ ਅੰਦਰ ਸਿਰਫ ਇੱਥੇ ਹੀ ਆਇਆ ਹੈ ਸਾਧ ਸੰਗਤ, ਹੋਰ ਕਿਤੇ ਵੀ ਜੋ ਦੋਹਰਾ ਹੈ ਉਹ ਨਹੀਂ ਵਰਤਿਆ ਗਿਆ। ਸਤਿਗੁਰਾਂ ਨੇ ਸਿਰਫ ਇਸ ਜਗ੍ਹਾ ਦੇ ਉੱਤੇ ਹੀ ਸ਼ਬਦ ਦੋਹਰੇ ਦੀ ਵਰਤੋਂ ਕੀਤੀ ਹੈ। ਤੇ ਸਾਧ ਸੰਗਤ ਇਸ ਦੋ ਸਲੋਕਾਂ ਦੇ ਨਾਲ ਇਤਿਹਾਸ ਵੀ ਸੰਬੰਧ ਰੱਖਦਾ ਹੈ। ਇਤਿਹਾਸਿਕ ਤੌਰ ਤੇ ਵੀ ਮਹਾਨਤਾ ਹੈ ਇਹਨਾਂ ਦੋ ਸਲੋਕਾਂ ਦੀ, ਜੋ ਸਤਿਗੁਰਾਂ ਨੇ ਇਹ ਦੋਹਰਾ ਰੂਪ ਦੇ ਵਿੱਚ ਵਰਤੇ ਹਨ। ਕਿਹਾ ਜਾਂਦਾ ਹੈ ਕਿ ਜਦੋਂ ਸਾਡਾ ਇਤਿਹਾਸ ਇਹ ਗੱਲ ਲਿਖਦਾ ਹੈ ਕਿ ਜਦੋਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਵਿਖੇ ਗ੍ਰਿਫਤਾਰ ਹਨ, ਉਸ ਸਮੇਂ ਸਤਿਗੁਰਾਂ ਨੇ ਇਹ ਸਵਾਲ ਰੂਪ ਦੇ ਵਿੱਚ ਪਹਿਲਾ ਜਿਹੜਾ ਦੋਹਰਾ ਹੈ ਉਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲ ਭੇਜਿਆ, ਕਿਉਂਕਿ ਸਤਿਗੁਰੂ ਇਹ ਗੱਲ ਜਾਣਦੇ ਹਨ ਕਿ ਹੁਣ ਗੁਰਤਾ ਤੇ ਸੁਭਾਏਮਾਨ ਕਿਹਨੇ ਹੋਣਾ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਨੂੰ ਜਾਣਦੇ ਆ ਕਿ ਹੁਣ ਇਸ ਹਿੰਦੁਸਤਾਨ ਦੇ ਅੰਦਰ, ਇਸ ਭਾਰਤ ਵਰਸ਼ ਦੇ ਅੰਦਰ ਜੇ ਕਿਸੇ ਦਾ ਕੋਈ ਸਹਾਈ ਹੋ ਸਕਦਾ ਹੈ ਤੇ ਉਹ ਸਿਰਫ ਤੇ ਸਿਰਫ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਇਸ ਕਰਕੇ ਮਹਾਰਾਜ ਨੇ ਇਹ ਜਿਹੜਾ ਦੋਹਰਾ ਹੈ ਪਹਿਲਾ, ਬਲ ਛੁੜ ਕੇ ਬੰਧਨ ਪਰੇ ਕਛੁ ਨਾ ਹੋਤ ਉਪਾਏ, ਕਹੋ ਨਾਨਕ ਆਪ ਓਟ ਹਾਰ ਗੱਜ ਜਿਉ ਹੋ ਸਹਾਏ। ਇਹ ਦੋਹਰਾ ਮਹਾਰਾਜ ਦੇ ਸਵਾਲ ਰੂਪ ਦੇ ਵਿੱਚ ਕੀਤਾ। ਅਰਥ ਕੀ ਹਨ? ਬਲ ਛੁੱਟ ਗਿਆ, ਬੰਧਨ ਪੈ ਗਏ ਤੇ ਕੋਈ ਵੀ ਉਪਾਅ ਜਿਹੜਾ ਉਹ ਕੰਮ ਨਹੀਂ ਕਰਦਾ। ਸਤਿਗੁਰਾਂ ਨੇ ਸਵਾਲ ਕੀਤਾ ਹੈ ਕਿ ਗੋਬਿੰਦ ਰਾਏ ਜੀ, ਹਿੰਦੁਸਤਾਨ ਦੇ ਲੋਕਾਂ ਦੇ ਅੰਦਰ ਬਲ ਖਤਮ ਹੋ ਗਿਆ ਹੈ, ਇਹਨਾਂ ਨੂੰ ਬੰਧਨ ਪੈ ਗਏ ਹਨ। ਬਲ ਛੁੱਟ ਗਿਓ ਬੰਧਨ ਪਰੇ, ਬੰਧਨ ਪੈ ਗਏ ਨੇ ਇਹਨਾਂ ਨੂੰ। ਕਛੂ ਨਾ ਹੋਤ ਉਪਾਏ, ਕਿਸੇ ਤਰ੍ਹਾਂ ਦਾ ਕੋਈ ਵੀ ਉਪਾਅ ਜਿਹੜਾ ਉਹ ਨਹੀਂ ਹੋ ਰਿਹਾ। ਕਹੋ ਨਾਨਕ ਅਬ ਓਟ ਹਾਰ ਗੱਜ ਜਿਉ ਹੋ ਸਹਾਈ। ਸਤਿਗੁਰੂ ਕਹਿੰਦੇ ਹੁਣ ਤੁਸੀਂ ਹੀ ਸਹਾਈ ਹੋ, ਤੁਸੀਂ ਹੀ ਸਹਾਈ ਹੋ ਸਕਦੇ ਹੋ, ਹੋਰ ਕੋਈ ਸਹਾਈ ਨਹੀਂ ਹੋ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਹੀ ਸਹਾਈ ਹੋ ਸਕਦਾ। ਕਿਵੇਂ ਸਹਾਈ ਹੋ ਸਕਦਾ ਹੈ? ਇੱਕ ਇਤਿਹਾਸਿਕ ਸਾਖੀ ਮਹਾਰਾਜ ਨੇ ਲਈ ਹੈ ਸਾਧ ਸੰਗਤ। ਇੱਕ ਗੰਧਰਵ ਜੋ ਦੇਵਤਿਆਂ ਦਾ ਰਾਗੀ ਹੈ, ਜੋ ਦੇਵਤੇ ਨੇ ਦੇਵਪੁਰੀ ਦੇ ਵਿੱਚ, ਉਹਨਾਂ ਦਾ ਇੱਕ ਰਾਗੀ ਸੀ। ਉਹਨੂੰ ਹੰਕਾਰ ਹੋ ਗਿਆ ਆਪਣੇ ਗਾਉਣ ਦਾ ਕਿ ਮੈਂ ਬਹੁਤ ਵਧੀਆ ਗਾਇਨ ਕਰਦਾ ਤੇ ਮੈਂ ਬਹੁਤ ਸੋਹਣਾ ਗਾਉਣਾ ਹੈ। ਉਹਨੂੰ ਆਪਣਾ ਹੰਕਾਰ ਹੋ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਖਸ਼ਿਸ਼ ਕੀਤੀ ਆ, ਉਹਦੀ ਉਦਾਹਰਨ ਲੈ ਕੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਸਤਿਗੁਰਾਂ ਨੇ ਮਿਹਰ ਕੀਤੀ। ਸਤਿਗੁਰੂ ਕਹਿੰਦੇ ਦੋਹਰਾ, ਬਲ ਛਿੜਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਆਪ ਓਟ ਹਾਰ ਗੱਜ ਜਿਉ ਹੋ ਸਹਾਏ। ਉਹਨੂੰ ਜਦੋਂ ਹੰਕਾਰ ਹੋਇਆ ਤੇ ਉਹਨੂੰ ਉੱਥੋਂ ਦੇਵਪੁਰੀ ਚੋਂ ਕੱਢ ਦਿੱਤਾ ਤੇ ਉਹਨੂੰ ਹਾਥੀ ਦੀ ਜੂਨੀ ਪ੍ਰਾਪਤ ਹੋਈ। ਤੇ ਜਦੋਂ ਹਾਥੀ ਦੀ ਜੂਨੀ ਪ੍ਰਾਪਤ ਕਰਦਾ ਹੈ ਤੇ ਕੀ ਹੁੰਦਾ ਹੈ? ਸਾਧ ਸੰਗਤ ਤੋਂ ਕਿਤੇ ਜਲ ਛਕਣ ਜਾਂਦਾ ਤੇ ਉੱਥੋਂ ਨੂੰ ਤੰਦੂਆ ਫੜ ਲੈਂਦਾ ਤੇ ਜਦੋਂ ਤੰਦੂਆ ਫੜਦਾ ਫਿਰ ਹੰਕਾਰ ਖਤਮ ਹੁੰਦਾ ਹੈ। ਫਿਰ ਉਹ ਵਾਹਿਗੁਰੂ ਦੇ ਅੱਗੇ ਅਰਦਾਸਾਂ ਕਰਦਾ ਹੈ, ਅਕਾਲ ਪੁਰਖ ਦੇ ਅੱਗੇ ਅਰਦਾਸਾਂ ਕਰਦਾ ਹੈ, ਬੇਨਤੀਆਂ ਕਰਦਾ ਹੈ। ਤੇ ਸਾਧ ਸੰਗਤ ਫਿਰ ਇਹ ਜਦੋਂ ਅਰਦਾਸਾਂ ਬੇਨਤੀਆਂ ਕਰਦਾ ਹੈ, ਫਿਰ ਵਾਹਿਗੁਰੂ ਇਹਦੇ ਜਿਹੜੇ ਪ੍ਰਾਣ ਹਨ ਉਹਨਾਂ ਨੂੰ ਬਚਾਉਣਾ ਹੈ। ਸੋ ਸਤਿਗੁਰਾਂ ਨੇ ਉਹੀ ਕਿਹਾ ਕਿ ਹੁਣ ਉਸ ਹਾਥੀ ਦੀ ਤਰ੍ਹਾਂ, ਉਸ ਹਾਥੀ ਨੂੰ ਬਚਾਉਣ ਦੀ ਤਰ੍ਹਾਂ ਤੁਸੀਂ ਵੀ ਇਹਨਾਂ ਲੋਕਾਂ ਦੇ ਸਹਾਈ ਹੋਵੋ। ਤੇ ਸਤਿਗੁਰਾਂ ਨੇ ਅੱਗਿਓਂ ਭੇਜਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਗਲਾ ਜਿਹੜਾ ਦੋਹਰਾ ਹੈ, ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ। ਇਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੁਣ ਬਲ ਹੋ ਗਿਆ, ਬਲ ਪ੍ਰਾਪਤ ਹੋ ਗਿਆ ਹੈ ਤੇ ਬੰਧਨ ਸਾਰੇ ਜਿਹੜੇ ਹਨ ਉਹ ਛੁੱਟ ਗਏ ਹਨ। ਬਲ ਕਿਹੜਾ ਹੈ? ਆਤਮਿਕ ਬਲ। ਹੁਣ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਤੁਹਾਡੀ ਸ਼ਹਾਦਤ ਦੇ ਨਾਲ ਬਲ ਪੈਦਾ ਹੋ ਜਾਵੇਗਾ। ਜੋ ਤੁਸੀਂ ਸ਼ਹਾਦਤ ਦਓਗੇ ਨਾ, ਉਹਦੇ ਨਾਲ ਇੱਕ ਬਲ ਆ ਜਾਵੇਗਾ ਤੇ ਬੰਧਨ ਸਾਰੇ ਨਾਸ਼ ਹੋ ਜਾਣਗੇ। ਬਲ ਹੋਆ
ਬੰਧਨ ਛੁਟੇ। ਜਦੋਂ ਬਲ ਹੋ ਗਿਆ, ਬਲ ਆ ਗਿਆ ਤੇ ਬੰਧਨ ਨਾਸ਼ ਹੋ ਜਾਣਗੇ। ਸਭ ਕੁਛ ਹੋ ਤੋਂ ਪਾਏ ਸਤਿਗੁਰੂ ਜੀ, ਸਾਰੇ ਉਪਾਏ ਜਿਹੜੇ ਉਹ ਹੋ ਜਾਣਗੇ। ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਤੁਮੀ ਹੋ ਸਹਾਏ। ਤੁਸੀਂ ਹੀ ਮੇਰੇ ਸਿਰ ਦੇ ਉੱਤੇ ਹੱਥ ਰੱਖ ਕੇ ਤੁਸੀਂ ਹੀ ਸਹਾਈ ਹੋਣਾ, ਸਾਰਾ ਕੁਝ ਤੁਹਾਡੇ ਹੀ ਹੱਥ ਦੇ ਵਿੱਚ ਹੈ। ਇਹ ਸਤਿਗੁਰਾਂ ਨੇ ਦੋਹਰਾ ਜਿਹੜਾ ਲਿਖ ਕਰਕੇ ਭੇਜਿਆ ਸੀ, ਇਤਿਹਾਸਿਕ ਤੌਰ ਤੇ ਇਹਦੀ ਮਹਾਨਤਾ ਹੈ। ਸੋ ਸਤਿਗੁਰੂ ਰਹਿਮਤ ਕਰਦੇ ਨੇ। ਜੇ ਆਪਾਂ ਉਂਝ ਵੀ ਦੇਖੀਏ ਸਾਧ ਸੰਗਤ, ਇਸ ਦੋਹਰੇ ਦੇ ਅਰਥ ਕਰੀਏ ਤੇ ਜੀਵਨ ਦੇ ਵਿੱਚ ਜਦੋਂ ਬਲ ਖਤਮ ਹੋ ਜਾਂਦਾ, ਬਲ ਕਿਹੜਾ ਹੈ ਸਾਡੇ ਅੰਦਰ? ਆਤਮਿਕ ਬਲ। ਆਤਮਿਕ ਬਲ ਪ੍ਰਾਪਤ ਕਿਵੇਂ ਹੁੰਦਾ ਹੈ? ਜਦੋਂ ਭਜਨ ਬੰਦਗੀ ਨਾਮ ਸਿਮਰਨ ਕਰੀਦਾ ਹੈ, ਉਦੋਂ ਆਤਮਿਕ ਬਲ ਪ੍ਰਾਪਤ ਹੁੰਦਾ ਹੈ। ਪਰ ਜਦੋਂ ਭਜਨ ਬੰਦਗੀ ਜੀਵਨ ਦੇ ਵਿੱਚੋਂ ਖਤਮ ਹੋ ਜਾਂਦੀ ਹੈ ਤੇ ਫਿਰ ਬਲ ਵੀ ਛੁੱਟ ਜਾਂਦਾ ਹੈ। ਬਲ ਖਤਮ ਹੋ ਜਾਂਦਾ ਹੈ ਤੇ ਫਿਰ ਬੰਧਨ ਪੈ ਜਾਂਦੇ ਆ। ਬਲ ਛੁੱਟ ਕੇ ਉਹ ਬੰਧਨ ਪਏ। ਬੰਧਨ ਕਿਹੜੇ ਪੈਂਦੇ ਆ? ਮਾਇਆ ਦੇ ਬੰਧਨ। ਮਾਇਆ ਦੇ ਬੰਧਨ ਮਨੁੱਖ ਨੂੰ ਜਕੜ ਕੇ ਰੱਖ ਲੈਂਦੇ ਤੇ ਫਿਰ ਪਰਮੇਸ਼ਰ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਜੇ ਜੀਵਨ ਦੇ ਵਿੱਚ ਕੁਝ ਪ੍ਰਾਪਤ ਕਰਨਾ ਹੈ ਤੇ ਆਪਣਾ ਆਤਮਿਕ ਬਲ ਜਿਹੜਾ ਉਹ ਨਾ ਛੱਡੋ। ਉਹ ਪ੍ਰਾਪਤੀ ਕਿੱਥੋਂ ਹੈ? ਸੰਗਤ ਦੇ ਵਿੱਚੋਂ ਸਾਧਕ ਬਲ ਦੀ। ਬਲ ਛੁੱਟ ਕੇ ਉਹ ਬੰਧਨ ਪਏ, ਕਛੂ ਨਾ ਹੋਤ ਉਪਾਏ। ਕਿਸੇ ਤਰ੍ਹਾਂ ਦਾ ਕੋਈ ਉਪਾਏ ਨਹੀਂ ਹੁੰਦਾ। ਕਹੋ ਨਾਨਕ ਅਬ ਓਟ ਹਾਰ, ਗਾਲੀਓ ਹੋ ਸਹਾਏ। ਇਹ ਵਾਹਿਗੁਰੂ ਜੀ, ਆਪ ਹੁਣ ਜਿਹੜੀ ਓਟ ਹੈ ਉਹ ਸਾਰੀ ਨਹੀਂ ਲੈ ਲਈਏ। ਜੀਵਨ 'ਚ ਹਰੀ ਵਾਹਿਗੁਰੂ ਦੀ ਜੇ ਮਨੁੱਖ ਓਟ ਲੈ ਲਵੇ ਤੇ ਫਿਰ ਉਹ ਜਿਵੇਂ ਉਸ ਹਾਥੀ ਦੇ ਉੱਤੇ ਕਿਰਪਾ ਕਰਕੇ ਜਦੋਂ ਉਹਨੇ ਅਰਦਾਸ ਕੀਤੀ ਤੇ ਉਸ ਸਮੇਂ ਜਦੋਂ ਉਹਦੀ ਰੱਖਿਆ ਕੀਤੀ ਤੇ ਵਾਹਿਗੁਰੂ ਵੀ ਸਾਡੀ ਰੱਖਿਆ ਕਰੇਗਾ। ਆਤਮਿਕ ਬਲ ਜਦੋਂ ਖੀਨ ਹੋ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ, ਫਿਰ ਜੀਵਨ ਦੇ ਵਿੱਚ ਬੰਧਨ ਪੈ ਜਾਂਦੇ ਹੈ। ਫਿਰ ਮਨੁੱਖ ਉਹਨਾਂ ਬੰਧਨਾਂ ਦੇ ਵਿੱਚ ਫਸ ਜਾਂਦਾ ਹੈ। ਪਰ ਜੇ ਕਿਤੇ ਮਨੁੱਖ ਦੋਵੇਂ ਹੱਥ ਜੋੜ ਕੇ ਉਸ ਹਾਥੀ ਦੀ ਤਰ੍ਹਾਂ ਬੇਨਤੀਆਂ ਕਰਦਾ ਹੈ ਪਰਮੇਸ਼ਰ ਦੇ ਅੱਗੇ, ਵਾਹਿਗੁਰੂ ਦੇ ਅੱਗੇ, ਤੇ ਫਿਰ ਉਹ ਸਹਾਈ ਵੀ ਹੁੰਦਾ ਹੈ। ਫਿਰ ਸਤਿਗੁਰ ਕਹਿੰਦੇ ਬਲ ਹੋਆ, ਫਿਰ ਬਲ ਪ੍ਰਾਪਤ ਹੋ ਜਾਂਦਾ। ਫਿਰ ਬੰਧਨ ਛੁੱਟਿਆ। ਫਿਰ ਬੰਧਨ, ਪਹਿਲਾਂ ਬਲ ਛੁੱਟ ਗਿਆ ਸੀ, ਹੁਣ ਬੰਧਨ ਛੁੱਟ ਗਏ। ਜਦੋਂ ਆਤਮਿਕ ਬਲ ਮਨੁੱਖ ਦਾ ਪਕੜ ਕਰ ਲੈਂਦਾ ਹੈ ਨਾ ਜੀਵਨ ਦੇ ਵਿੱਚ, ਜਦੋਂ ਮਨੁੱਖ ਵਾਹਿਗੁਰੂ ਨੂੰ ਸਿਮਰਦਾ ਹੈ ਤੇ ਜੀਵਨ 'ਚ ਵਿਕਾਰ ਜਿਹੜੇ ਉਹ ਬੰਧਨ ਨਹੀਂ ਬਣਦੇ, ਵਿਕਾਰ ਨੇੜੇ ਨਹੀਂ ਆਉਂਦੇ। ਮਨੁੱਖ ਆਪਣੇ ਤੌਰ ਆਤਮਿਕ ਤੌਰ ਤੇ ਬਲਵਾਨ ਹੋ ਜਾਂਦਾ ਹੈ। ਫਿਰ ਬੰਧਨ ਛੁੱਟ ਜਾਂਦੇ, ਮਾਇਆ ਦੇ ਬੰਧਨ। ਤੇ ਮੱਧ ਸਮਝੀਏ ਸਾਧ ਸੰਗਤ ਦੇ ਇੱਕਦਮ ਹੀ ਖਤਮ ਹੋ ਜਾਣਗੇ, ਬੜੇ ਹੌਲੀ ਹੌਲੀ ਨਾਸ਼ ਹੁੰਦੇ ਨੇ। ਵਾਰ-ਵਾਰ ਸੰਗਤ ਕਰਨ ਨਾਲ, ਬਾਣੀ ਪੜ੍ਹਨ ਦੇ ਨਾਲ, ਬੰਦਗੀ ਕਰਨ ਦੇ ਨਾਲ ਹੀ ਇਹ ਫਲ ਹੁੰਦਾ ਹੈ। ਫਿਰ ਬੰਧਨ ਨਾਸ਼ ਹੁੰਦੇ। ਇਹ ਮੱਧ ਸੋਚੀਏ ਕਿ ਜੇ ਇੱਕ ਵਾਰੀ ਗੁਰਦੁਆਰੇ ਆ ਗਏ ਤੇ ਸ਼ਾਇਦ ਬੰਧਨ, ਹਾਂ ਇਹ ਤੇ ਵਾਹਿਗੁਰੂ ਦੀ ਕਿਰਪਾ ਹੈ ਜਿਸ ਮਨੁੱਖ ਤੇ ਹੋ ਗਈ ਤੇ ਬੰਧਨ ਨੂੰ ਨਾਸ਼ ਕਰ ਦੇਵੇ। ਇਹ ਤੇ ਉਹਦੀ ਸਮਰੱਥਾ ਹੈ, ਵਾਹਿਗੁਰੂ ਦੀ ਕਿਰਪਾ ਹੈ। ਸਤਿਗੁਰੂ ਮੇਰ ਕਰਦੇ ਮਹਾਰਾਜ ਕਹਿੰਦੇ ਜਦੋਂ ਬਲ ਹੋਆ, ਜਦੋਂ ਬਲ ਦੀ ਪ੍ਰਾਪਤੀ ਹੋਈ, ਤਾਕਤ ਆਈ, ਆਤਮਿਕ ਤਾਕਤ ਪ੍ਰਾਪਤ ਹੋਈ, ਬੰਧਨ ਛੁੱਟ ਗਿਆ। ਫਿਰ ਮਨੁੱਖ ਵਿਕਾਰਾਂ ਵੱਲ ਨਹੀਂ ਝਾਕਦਾ। ਫਿਰ ਜੀਵਨ ਦਾ ਮਨੋਰਥ ਨੂੰ ਪਤਾ ਲੱਗ ਜਾਂਦਾ ਹੈ। ਸਭ ਕੁਛ ਹੋ ਤੋਂ ਪਾਏ, ਸਾਰੇ ਉਪਾਏ ਹੋ ਜਾਂਦੇ। ਜੀਵਨ ਇੱਕ ਚੰਗੇ ਰਸਤੇ ਤੇ ਚੱਲ ਪੈਂਦਾ ਹੈ। ਨਾਨਕ ਸਭ ਕੁਛ ਤੁਮਰੇ ਹੱਥ ਹੈ, ਤੁਮ ਹੀ ਹੋ ਸਹਾਏ। ਇਹ ਵਾਹਿਗੁਰੂ ਜੀ, ਇਹ ਅਕਾਲ ਪੁਰਖ ਜੀ, ਸਾਰਾ ਕੁਛ ਤੁਹਾਡੇ ਹੱਥ ਹੀ ਹੈ ਤੇ ਤੁਸੀਂ ਸਹਾਈ ਹੋਏ। ਤੁਸੀਂ ਸਹਾਈ ਹੋਵੋ ਸਾਡੇ, ਆਪ ਜੀ ਕਿਰਪਾ ਕਰਕੇ ਸਾਨੂੰ ਬਚਾ ਲਿਓ। ਇਹ ਆਤਮਿਕ ਬਲ ਗੁਰੂ ਦੇ ਕੋਲੋਂ ਮਿਲਦਾ ਹੈ, ਹੋਰ ਕਿਤੇ ਆਤਮਿਕ ਬਲ ਨਹੀਂ ਪ੍ਰਾਪਤ ਹੁੰਦਾ। ਜਿਹੜਾ ਮਨੁੱਖ ਗੁਰੂ ਦੇ ਕੋਲ ਆਉਂਦਾ ਹੈ ਉਹਦੇ ਜੀਵਨ ਦੇ ਵਿੱਚ ਆਤਮਿਕ ਬਲ ਉਹਨੂੰ ਪ੍ਰਾਪਤ ਹੁੰਦਾ ਹੈ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ। ਕਹੋ ਨਾਨਕ ਇਹ ਵਿਪਦਨ ਏਕ ਏਕ ਰਘੁਨਾਥ। ਸੰਗ ਸਖਾ ਸਭ ਤਜ ਗਏ, ਸਾਰੇ ਸੰਗੀ ਸਾਥੀ ਸਾਰੇ ਤਜ ਜਾਂਦੇ ਆ, ਛੱਡ ਜਾਂਦੇ ਆ। ਸਾਧ ਸੰਗਤ ਜਦੋਂ ਰਹਿਣਾ ਹੀ ਨਹੀਂ ਕਿਸੇ ਨੇ ਤੇ ਫਿਰ ਇਸ ਸੰਸਾਰ ਦੇ ਉੱਤੇ ਸਾਰਿਆਂ ਨੇ ਛੱਡ ਕੇ ਤੇ ਜਾਣਾ ਹੀ ਹੈ। ਮਹਾਰਾਜ ਕਹਿੰਦੇ ਸੰਗ ਜਿਹੜੇ ਸੰਗੀ ਸੀ ਸਾਥੀ ਉਹ ਵੀ ਛੱਡ ਗਏ, ਸਭ ਤਜ ਗਏ, ਕਹੂ ਨਾ ਨਿਭਿਓ ਸਾਥ। ਸਾਥ ਨਹੀਂ ਕਿਸੇ ਨੇ ਦਿੱਤਾ, ਕੋਈ ਵੀ ਸਾਥ ਨਹੀਂ ਨਿਭਦਾ ਸੰਸਾਰ ਦੇ ਵਿੱਚ। ਮਨੁੱਖ ਆਸਰਾ ਲੈਂਦਾ ਹੈ, ਸਾਧ ਸੰਗਤ ਆਸਰੇ ਦੀ ਮਨੁੱਖ ਨੂੰ ਬੜੀ ਜ਼ਰੂਰਤ ਹੁੰਦੀ ਹੈ।
ਜਦੋਂ ਜੀਵਨ ਦੇ ਵਿੱਚ ਦੁੱਖ ਆਉਣ ਉਦੋਂ ਵੀ ਮਨੁੱਖ ਕਿਸੇ ਦਾ ਸਹਾਰਾ ਭਾਲਦਾ ਹੈ, ਤੇ ਜਦੋਂ ਦੁੱਖ ਆਉਂਦੇ ਆ ਮਨੁੱਖ ਉਦੋਂ ਵੀ ਕਿਸੇ ਦਾ ਸਹਾਰਾ ਭਾਲਦਾ। ਪਰ ਸੰਸਾਰ ਜਿਹੜਾ ਹੈ ਉਹ ਸੁੱਖ ਵੇਲੇ ਤੇ ਸਹਾਰਾ ਬਣਦਾ ਹੈ, ਪਰ ਦੁੱਖ ਵੇਲੇ ਸਹਾਰਾ ਨਹੀਂ ਬਣਦਾ। ਕੋਈ ਸਹਾਰਾ ਨਹੀਂ ਬਣਦਾ ਦੁੱਖ ਵੇਲੇ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰਮਤ ਕਰਦੇ। ਮਹਾਰਾਜ ਕਹਿੰਦੇ ਸੰਗ ਸਖਾ ਸਭ ਤਜ ਗਏ। ਜਿਹੜੇ ਸੰਗੀ ਸਾਥੀ ਸਨ ਉਹ ਸਾਰੇ ਛੱਡ ਗਏ। ਕੋਈ ਨਾ ਨਿਭਿਓ ਸਾਥ, ਕੋਈ ਵੀ ਸਾਥ ਨਹੀਂ ਨਿਭਦਾ, ਕੋਈ ਵੀ ਕਿਸੇ ਤਰ੍ਹਾਂ ਮਨੁੱਖ ਦੇ ਨਾਲ ਨਹੀਂ ਨਿਭਦਾ। ਸਤਿਗੁਰਾਂ ਨੇ ਕਿਹਾ ਹੈ, ਧੰਨ ਗੁਰੂ ਨਾਨਕ ਸਾਹਿਬ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਾਨਕ ਦੁਨੀਆ ਕੈਸੀ ਹੋਈ ਸਾਲਕ ਵਿੱਚ ਨਾ ਰਹੀ ਹੋ ਕੋਈ, ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ। ਸਤਿਗੁਰੂ ਕਹਿੰਦੇ ਮਨੁੱਖ ਦੁਨੀਆ ਕਰਕੇ ਆਪਣਾ ਧਰਮ ਗਵਾ ਕੇ ਚਲਾ ਜਾਂਦਾ, ਸੰਸਾਰ ਦੇ ਪਿੱਛੇ ਲੱਗ ਕੇ। ਤੇ ਕਬੀਰ ਸਾਹਿਬ ਨੇ ਵੀ ਕਿਹਾ ਨਾ, ਪਾਏ ਕੁਹਾੜਾ ਮਾਰਿਆ ਗਾਵਲ ਆਪਣੇ ਹੱਥ, ਆਪਣੇ ਹੱਥ ਦੇ ਨਾਲ ਕੁਹਾੜਾ ਫੜ ਕੇ ਆਪਣੇ ਪੈਰ ਤੇ ਮਾਰੇ ਜਾਂਦੇ। ਕਬੀਰ ਦੀਨ ਗਵਾਇਆ ਦੁਨੀਆ ਤੋਂ, ਦੁਨੀਆ ਦੇ ਪਿੱਛੇ ਲੱਗ ਕੇ ਦੀਨ ਗਵਾਇਆ ਦੁਨੀਆ ਤੋਂ, ਦੁਨੀਆ ਦਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਵਲ ਆਪਣੇ ਆਪ, ਆਪਣੇ ਹੱਥ ਦੇ ਨਾਲ ਕੁਹਾੜਾ ਫੜ ਕੇ ਮਨੁੱਖ ਆਪਣੇ ਉੱਤੇ ਮਾਰੀ ਜਾਂਦਾ। ਐਸਾ ਜੀਵਨ ਹੋ ਗਿਆ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਵਿਪਤ ਮੈਂ। ਜਦੋਂ ਐਸੀ ਵਿਪਤਾ ਬਣ ਜਾਵੇ ਤੇ ਫਿਰ ਸਤਿਗੁਰ ਕਹਿੰਦੇ ਟੇਕ ਏਕ ਰਘੁਨਾਥ। ਜਦੋਂ ਤੇਰਾ ਕੋਈ ਸਾਥੀ ਨਹੀਂ ਹੈ, ਕੋਈ ਤੇਰੇ ਸਾਥ ਨਹੀਂ ਨਿਭਦਾ, ਉਸ ਸਮੇਂ ਫਿਰ ਤੂੰ ਇੱਕ ਕੰਮ ਕਰ। ਸਤਿਗੁਰ ਕਹਿੰਦੇ ਉਸ ਰਘੁਨਾਥ, ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਚਲ ਜਾ, ਉਸ ਅਕਾਲ ਪੁਰਖ ਦੀ ਸ਼ਰਨ ਚ ਚਲ ਜਾ, ਉਹਦੀ ਟੇਕ ਲੈ ਲਾ, ਉਹਦੇ ਅੱਗੇ ਝੁਕ ਜਾ ਤੇ ਤੈਨੂੰ ਪ੍ਰਾਪਤੀ ਹੋ ਜਾਏਗੀ। ਹੁਣ ਮਹਾਰਾਜ ਨੇ ਪਿਛਲੀਆਂ ਸਾਰਿਆਂ ਸ਼ਲੋਕਾਂ ਦੇ ਅੰਦਰ ਸਾਨੂੰ ਇਹੀ ਕਿਹਾ ਕਿ ਭਾਈ ਕੁਝ ਵੀ ਸਾਥ ਨਹੀਂ ਨਿਭਣਾ, ਕੋਈ ਵੀ ਨਾਲ ਨਹੀਂ ਜਾਣਾ, ਇਸ ਸੰਸਾਰ ਤੇ ਕੁਝ ਵੀ ਸਦੀਵੀ ਨਹੀਂ ਹੈ। ਤੇ ਹੁਣ ਸਵਾਲ ਕਰੀਏ, ਮਹਾਰਾਜ ਸਾਨੂੰ ਦੱਸੋ ਸਦੀਵੀ ਕੌਣ ਹੈ? ਜਿਹਨੇ ਸਦੀਵੀ ਇਸ ਸੰਸਾਰ ਤੇ ਰਹਿ ਰਹਿਣਾ ਉਹ ਕੌਣ ਹੈ? ਤੇ ਸਤਿਗੁਰੂ ਜੀ ਅਗਲੇ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਦੇ। ਮਹਾਰਾਜ ਕਹਿੰਦੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਉ ਨਾਨਕ ਇਹ ਜਗਤ ਮੈਂ, ਇਨ ਜਪਿਓ ਗੁਰਮੰਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਾ ਸੰਸਾਰ ਗੁਲਸ਼ਨਹਾਰ ਹੈ, ਤੇ ਸਾਨੂੰ ਇਹ ਵੀ ਦੱਸੋ ਸੰਸਾਰ ਤੇ ਰਹਿਣਾ ਕਿਵੇਂ, ਕਿਹੜੀ ਸ਼ੈ ਰਹਿ ਸਕਦੀ ਹੈ? ਤੇ ਤਿੰਨ ਗੱਲਾਂ ਸਤਿਗੁਰਾਂ ਨੇ ਇਸ ਸ਼ਲੋਕ ਦੇ ਅੰਦਰ ਕੀਤੀਆਂ ਜਿਹੜੀਆਂ ਰਹਿਣ ਵਾਲੀਆਂ, ਜਿਨ੍ਹਾਂ ਨੇ ਸਦੀਵੀ ਰਹਿਣਾ। ਸਭ ਤੋਂ ਪਹਿਲਾਂ ਗੱਲ ਕੀਤੀ ਹੈ ਨਾਮ ਦੀ, ਨਾਮ ਰਹਿਣਾ ਹੈ ਸੰਸਾਰ ਦੇ ਉੱਤੇ। ਦੂਸਰੀ ਗੱਲ ਕੀਤੀ ਹੈ ਗੁਰੂ ਨੇ ਰਹਿਣਾ, ਤੇ ਤੀਸਰੀ ਗੱਲ ਮਹਾਰਾਜ ਨੇ ਕੀਤੀ ਹੈ ਉਹ ਰਹਿਣਗੇ ਜਿਹੜੇ ਗੁਰੂ ਨੂੰ ਜਪਦੇ ਆ, ਜਿਹੜੇ ਵਾਹਿਗੁਰੂ ਨੂੰ ਜਪਦੇ ਆ। ਇਹ ਤਿੰਨੇ ਸੰਸਾਰ ਤੇ ਰਹਿਣਗੇ। ਨਾਮ ਰਹਿਓ, ਸਭ ਤੋਂ ਪਹਿਲਾਂ ਨਾਮ ਹੈ, ਨਾਮ ਸਦੀਵੀ ਹੈ। ਤੇ ਸਾਧ ਸੰਗਤ ਤਿੰਨ ਤਰ੍ਹਾਂ ਦੇ ਨਾਮ ਹੁੰਦੇ ਆ, ਇੱਕ ਹੁੰਦੇ ਜਾਤੀ ਨਾਮ, ਇੱਕ ਕਰਮ ਨਾਮ ਹੁੰਦੇ ਆ, ਤੇ ਇੱਕ ਸੁਜਾਤੀ ਨਾਮ ਹੁੰਦੇ। ਤੇ ਵਾਹਿਗੁਰੂ ਦਾ ਇੱਥੇ ਜਿਹੜਾ ਨਾਮ ਦੀ ਗੱਲ ਹੈ ਨਾ, ਇਹ ਵਾਹਿਗੁਰੂ ਦਾ ਉਹ ਨਾਮ ਜਿਹੜਾ ਸਤਿਨਾਮ ਤੇਰਾ ਪਰਾਪੂਰ ਵਾਲਾ, ਉਸ ਨਾਮ ਦੀ ਗੱਲ ਹੈ, ਉਹ ਸਦੀਵੀ ਰਹਿਣਾ। ਤੇ ਸੰਸਾਰ ਦੇ ਉੱਤੇ ਉਸ ਵਾਹਿਗੁਰੂ ਦਾ ਨਾਮ ਹੀ ਰਹਿਣਾ। ਬਾਕੀ ਤੇ ਕਰਮ ਨਾਮ ਹਨ, ਕਰਮ ਨਾਮ ਵਰਨ ਸਮਰਥ ਜਾਪ ਸਾਹਿਬ ਦੇ ਅੰਦਰ ਮਹਾਰਾਜ ਨੇ ਕਿਹਾ ਇਹ ਵੀ ਖਤਮ ਹੋ ਜਾਣਗੇ, ਤੇ ਜਿਹੜੇ ਆਪਾਂ ਜਪਦੇ ਉਹ ਵੀ ਖਤਮ ਹੋ ਜਾਣਗੇ। ਪਰ ਉਸ ਵਾਹਿਗੁਰੂ ਦਾ ਜਿਹੜਾ ਨਾਮ ਹੈ, ਜਿਹਦੀ ਮਹਾਰਾਜ ਨੇ ਆਸਾ ਦੀ ਵਾਰ ਚ ਗੱਲ ਕੀਤੀ ਹੈ, ਨਾਮ ਕੇ ਧਾਰੇ ਸਗਲੇ ਜਗਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਉਸ ਨਾਮ ਦੀ ਮਹਾਰਾਜ ਨੇ ਗੱਲ ਕੀਤੀ, ਉਸ ਦੀ ਵੀ ਰਹਿਣਾ। ਬਾਕੀ ਸਾਰੇ ਨਾਮ ਜਿਹੜੇ ਉਹ ਖਤਮ ਹੋ ਜਾਣਗੇ। ਸਤਿਗੁਰ ਕਹਿੰਦੇ ਨਾਮ ਰਹਿਓ ਸਾਧੂ ਰਹਿਓ। ਸਾਧੂ ਗੁਰੂ ਵਾਸਤੇ ਵੀ ਗੁਰਬਾਣੀ ਦੇ ਅੰਦਰ ਆਇਆ, ਤੇ ਬੰਦਗੀ ਕਰਨ ਵਾਲਿਆਂ ਵਾਸਤੇ ਵੀ ਆਇਆ। ਸਤਿਗੁਰੂ ਕਹਿੰਦੇ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੇ ਸਦੀਵੀ ਹੈ, ਗੁਰੂ ਖਤਮ ਨਹੀਂ ਹੁੰਦਾ, ਗੁਰੂ ਸਦੀਵੀ ਹੈ। ਹਾਂ, ਗੁਰੂ ਸਰੀਰ ਕਰਕੇ ਤੇ ਭਾਵੇਂ ਸਾਡੇ ਕੋਲ ਨਹੀਂ ਹਨ, ਹੁਣ 10 ਗੁਰੂ ਸਾਹਿਬਾਨ ਹੋਏ, ਸਰੀਰ ਕਰਕੇ ਨਹੀਂ ਹਨ ਪਰ ਸ਼ਬਦ ਕਰਕੇ ਸਾਡੇ ਕੋਲ। ਆਪ ਜੀ ਕਥਾ ਸਰਵਣ ਕਰ ਰਹੇ ਹੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਰੂਪਾਂ ਦੀ, ਤੇ ਤੁਸੀਂ ਕਿਹਦੀ ਸੰਗਤ ਕਰ ਰਹੇ ਹੋ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ। ਇਸੇ ਤਰ੍ਹਾਂ ਜਦੋਂ ਸਵੇਰੇ ਅਸੀਂ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਹਾਂ, ਕਥਾ ਵਿਚਾਰ ਸੁਣਦੇ ਹਾਂ,
ਉਦੋਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਚ ਹੁੰਦੇ। ਇਸੇ ਤਰ੍ਹਾਂ ਜਿਹੜੇ ਜਿਹੜੇ ਗੁਰੂ ਸਾਹਿਬਾਨ ਦੀ ਬਾਣੀ ਅਸੀਂ ਪੜ੍ਹਦੇ ਹਾਂ, ਉਹਨਾਂ ਦੀ ਸੰਗਤ ਚ ਬੈਠ ਕੇ ਤੇ ਉਹਨਾਂ ਦੇ ਕੋਲ ਸਰਵਣ ਕਰਨਾ। ਜੇ ਸਿੱਖ ਦੇ ਅੰਦਰ ਇਹ ਨਿਸ਼ਚਾ ਆ ਜਾਵੇ ਨਾ ਜੀਵਨ ਦੇ ਵਿੱਚ, ਜਪਜੀ ਸਾਹਿਬ ਪੜ੍ਹਦਾ ਹੋਵੇ ਸਿੱਖ ਤੇ ਗੁਰੂ ਨਾਨਕ ਸਾਹਿਬ ਨੂੰ ਐ ਜਾਣੇ ਜਿਵੇਂ ਕੋਲ ਬੈਠੇ ਹੋ, ਤੇ ਕਿੰਨਾ ਆਨੰਦ ਆਵੇ, ਉਹ ਰਸ ਵੱਖਰਾ ਹੀ ਬਣਦਾ। ਜਾਪ ਸਾਹਿਬ ਪੜ੍ਹਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚੇਤੇ ਕਰੇ ਕਿ ਉਹ ਕੋਲੇ ਬੈਠੇ ਸੁਣਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਸਦੀਕੀ ਹੈ, ਸ਼ਬਦ ਕਦੀ ਖਤਮ ਨਹੀਂ ਹੁੰਦਾ। ਸ਼ਬਦ ਖਤਮ ਹੋਵੇਗਾ ਨਹੀਂ, ਸਰੀਰ ਖਤਮ ਹੋ ਜਾਂਦਾ ਪਰ ਸ਼ਬਦ ਨਹੀਂ ਕਦੀ ਖਤਮ ਹੋਇਆ। ਸਤਿਗੁਰੂ ਕਹਿੰਦੇ ਸਾਧੂ ਗੁਰੂ ਗੋਬਿੰਦ ਕੀ ਪੱਕਾ ਰਹਿਣਗੇ। ਇੱਕ ਵਾਹਿਗੁਰੂ ਰਹੇਗਾ, ਉਹਦਾ ਨਾਮ ਰਹੇਗਾ, ਤੇ ਦੂਸਰਾ ਜਿਹੜਾ ਹੈ ਉਹ ਗੁਰੂ ਰਹੇਗਾ। ਫਿਰ ਸਤਿਗੁਰਾਂ ਨੇ ਅਗਲੀ ਗੱਲ ਕੀਤੀ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰੂ ਨਾਨਕ। ਤੇ ਤੀਸਰੇ ਉਹ ਰਹਿਣਗੇ ਜਿਹੜੇ ਗੁਰੂ ਦਾ ਮੰਤਰ ਜਪਣਗੇ, ਜਿਹੜੇ ਨਾਮ ਜਪਣਗੇ, ਜਿਹੜੇ ਬੰਦਗੀ ਕਰਨਗੇ ਜੀਵਨ ਦੇ ਵਿੱਚ, ਉਹ ਸਦੀਵੀ ਰਹਿੰਦੇ ਆ। ਤੇ ਸਦੀਵੀ ਰਹਿੰਦੇ ਹਨ ਜਿਹੜੇ ਜਪਣ ਵਾਲੇ ਹਨ। ਅੱਜ ਵੀ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ, ਕਬੀਰ ਸਾਹਿਬ ਦੀਆਂ ਉਦਾਹਰਨਾਂ ਉਹਨਾਂ ਦੇ ਜੀਵਨ ਚ ਅੱਜ ਵੀ ਦੇਦੇ ਆਪਾਂ, ਅੱਜ ਵੀ ਉਹਨਾਂ ਦੇ ਸ਼ਬਦਾਂ ਨੂੰ ਪੜ੍ਹਦੇ ਆ, ਸਦੀਵੀ ਹਨ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਪੁੱਛਿਆ ਸੀ, ਸਿੱਖੋ ਜਿਹੜੇ ਰਾਜੇ ਨੇ ਕਬੀਰ ਸਾਹਿਬ ਦੇ ਉੱਤੇ ਜ਼ੁਲਮ ਢਾਏ ਸਨ, ਬਾਦਸ਼ਾਹ ਨੇ, ਉਹਦਾ ਨਾਮ ਤੁਹਾਨੂੰ ਪਤਾ ਕਿਸੇ ਨੂੰ? ਤੇ ਸਿੱਖਾਂ ਨੇ ਕਿਹਾ ਮਹਾਰਾਜ ਨਾਮ ਨਹੀਂ ਪਤਾ। ਤੇ ਕਬੀਰ ਸਾਹਿਬ ਦਾ ਨਾਮ ਸਤਿਗੁਰੂ ਸਿੱਖ ਕਹਿੰਦੇ ਮਹਾਰਾਜ ਕਬੀਰ ਸਾਹਿਬ ਨੂੰ ਕੌਣ ਨਹੀਂ ਜਾਣਦਾ? ਸਾਰੇ ਜਾਣਦੇ ਕਬੀਰ ਜੀ ਨੂੰ, ਸਾਰੇ ਜਾਣਦੇ ਆ। ਤੇ ਮਹਾਰਾਜ ਕਹਿੰਦੇ ਫਿਰ ਰਾਜੇ ਨੂੰ ਕਿਉਂ ਨਹੀਂ ਜਾਣਦੇ, ਉਸ ਬਾਦਸ਼ਾਹ ਨੂੰ ਕਿਉਂ ਨਹੀਂ ਜਾਣਦੇ? ਕਹਿੰਦੇ ਮਹਾਰਾਜ ਉਹ ਨਹੀਂ ਪਤਾ ਸੀ ਕਿਹੜਾ ਸੀ ਉਸ ਸਮੇਂ ਬਾਦਸ਼ਾਹ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਿਹੜਾ ਬੰਦਗੀ ਕਰਨ ਵਾਲਾ ਹੁੰਦਾ ਹੈ, ਭਜਨ ਕਰਨ ਵਾਲਾ ਹੁੰਦਾ ਹੈ, ਉਹ ਸਦੀਵੀ ਰਹਿੰਦਾ ਹੈ, ਉਹ ਕਦੀ ਨਾਸ਼ ਨਹੀਂ ਹੁੰਦਾ। ਉਹਦੀਆਂ ਕਥਾ ਕਹਾਣੀਆਂ ਵਿਚਾਰ ਸਦਾ ਹੀ ਸਮਾਜ ਨੂੰ ਸੇਧ ਦਿੰਦੇ ਰਹਿੰਦੇ। ਅੱਜ ਵੀ ਕਬੀਰ ਸਾਹਿਬ ਦੀ ਬਾਣੀ ਪੜ੍ਹਦੇ ਤੇ ਸਾਨੂੰ ਰਸਤਾ ਦਿਖਾਉਂਦੀ, ਨਾਮਦੇਵ ਜੀ ਦੀ ਬਾਣੀ ਪੜ੍ਹਦੇ ਆ ਸਾਨੂੰ ਰਸਤਾ ਦਿਖਾਉਂਦੀ। ਇਸੇ ਤਰ੍ਹਾਂ ਹੋਰ ਜਿੰਨੇ ਵੀ ਮਹਾਂਪੁਰਖ ਹੋਏ, ਉਹ ਸਾਰਿਆਂ ਦੀਆਂ ਜੀਵਨ ਦੀਆਂ ਸਿੱਖਿਆਵਾਂ ਸਾਨੂੰ ਕੋਈ ਨਾ ਕੋਈ ਜਿਹੜੀ ਸਿੱਖਿਆ ਉਹ ਸਾਡੇ ਜੀਵਨ ਨੂੰ ਵਾਕੇ ਟੁੰਬ ਕੇ ਜਾਂਦੀ। ਕਿਉਂ? ਕਿਉਂਕਿ ਉਹ ਸਦਾ ਹੀ ਸਲਾਮਤ ਹਨ। ਵਿਚਾਰਾਂ ਕਰਕੇ ਉਹ ਪੱਕੇ ਇਸ ਸੰਸਾਰ ਤੇ ਰਹਿੰਦੇ ਆ, ਉਹ ਇਸ ਸੰਸਾਰ ਤੋਂ ਨਹੀਂ ਜਾਂਦੇ। ਹਾਂ, ਸਰੀਰ ਨੇ ਤੇ ਜਾਣਾ ਹੈ, ਇਹ ਸਦੀਵੀ ਨਹੀਂ ਹੈ, ਪਰ ਵਿਚਾਰਾਂ ਕਰਕੇ ਉਹ ਨਹੀਂ ਜਾਂਦੇ, ਵਿਚਾਰਾਂ ਕਰਕੇ ਇੱਥੇ ਹਨ। ਤੇ ਜਿਹੜਾ ਵੀ ਉਹਨਾਂ ਦੇ ਵਿਚਾਰਾਂ ਨੂੰ ਸਰਵਣ ਕਰਦਾ ਹੈ, ਜੀਵਨ ਚ ਧਾਰਨ ਕਰਦਾ ਹੈ, ਉਹਨਾਂ ਨੂੰ ਵੀ ਸਦਗਤੀ ਮਿਲਦੀ ਹੈ, ਉਹਨਾਂ ਦਾ ਜੀਵਨ ਵੀ ਸਵਰਦਾ ਹੈ। ਸਤਿਗੁਰੂ ਕਹਿੰਦੇ ਇੱਕ ਤੇ ਗੁਰੂ ਨੇ ਰਹਿਣਾ ਹੈ, ਇੱਕ ਨਾਮ ਨੇ ਰਹਿਣਾ ਹੈ, ਉਸ ਵਾਹਿਗੁਰੂ ਨੇ ਰਹਿਣਾ ਹੈ, ਤੇ ਇੱਕ ਜਿਨ੍ਹਾਂ ਨੇ ਉਸ ਵਾਹਿਗੁਰੂ ਦਾ ਮੰਤਰ ਜਪਿਆ, ਜਿਨ੍ਹਾਂ ਨੇ ਉਸ ਪਰਮੇਸ਼ਰ ਅਕਾਲ ਪੁਰਖ ਦੇ ਮੰਤਰ ਨੂੰ ਜਪਿਆ, ਗੁਰੂ ਦੇ ਕੋਲੋਂ ਮੰਤਰ ਲੈ ਕੇ ਨਾਮ ਭਜਨ ਕੀਤਾ। ਸਤਿਗੁਰੂ ਕਹਿੰਦੇ ਉਹ ਇਸ ਸੰਸਾਰ ਤੇ ਰਹਿਣਗੇ। ਨਾਮ ਰਹਿਓ ਰਾਮ ਨਾਮ ਹੋਰ ਮੈਂ ਗਹਿਓ, ਜਾਕੈ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟਾਏ, ਦਰਸ ਤੁਹਾਰੋ ਹੋਏ। ਸਤਿਗੁਰੂ ਕਹਿੰਦੇ ਆ ਜਿਸ ਮਨੁੱਖ ਦੇ ਜੀਵਨ ਦੇ ਅੰਦਰ ਨਾਮ ਆ ਗਿਆ ਵਾਹਿਗੁਰੂ ਦਾ, ਉਸ ਰਾਮ ਦਾ, ਔਰ ਮੈਂ ਗਏ ਹੋ, ਜਿਹਨੇ ਔਰ ਦੇ ਵਿੱਚ ਉਹਦਾ ਹੁੰਦਾ ਹਿਰਦਾ ਮਨ, ਜਿਹਨੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਧਾਰਨ ਕਰ ਲਿਆ, ਰਾਮ ਨਾਮ ਔਰ ਮੈਂ ਗਏ ਹੋ। ਮਹਾਰਾਜ ਕਹਿੰਦੇ ਉਹਦੇ ਸਾਹਮਣੇ ਉਹਦੇ ਬਰਾਬਰ ਹੋਰ ਕੋਈ ਨਾਮ ਨਾਮ ਔਰ ਮੈਂ ਗਏ ਹੋ, ਜਾ ਕੇ ਸਾਹਮਣੇ ਕੋਈ ਉਹਦੇ ਬਰਾਬਰ ਕੌਣ ਹੋ ਸਕਦਾ ਹੈ? ਜਿਸ ਮਨੁੱਖ ਦੇ ਜੀਵਨ ਚ ਨਾਮ ਆ ਗਿਆ, ਬੰਦਗੀ ਆ ਗਈ, ਉਹਦੇ ਬਰਾਬਰ ਨਹੀਂ ਕੋਈ ਹੋ ਸਕਦਾ। ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਸਤਿਗੁਰੂ ਕਹਿੰਦੇ ਜੇ ਸਿਮਰਤ ਉਸ ਵਾਹਿਗੁਰੂ ਨੂੰ ਸਿਮਰਨ ਦੇ ਨਾਲ ਸੰਕਟ ਖਤਮ ਹੋ ਜਾਂਦੇ ਆ, ਦਰਸ ਤੁਹਾਰੋ ਹੋਏ, ਉਸ ਵਾਹਿਗੁਰੂ ਦਾ ਦਰਸ਼ਨ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਜੀਵਨ ਦੇ ਵਿੱਚ ਰਾਮ ਦੇ ਨਾਮ ਨੂੰ ਉਹਦੇ ਵਿੱਚ ਧਾਰਨ ਕਰਕੇ ਰੱਖਦਾ। ਸਤਿਗੁਰਾਂ ਨੇ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ। ਰਾਮ ਉਹ ਜਿਹੜਾ ਵਾਹਿਗੁਰੂ ਹੈ, ਉਹ ਅਕਾਲ ਪੁਰਖ ਹੈ, ਜਿਨ੍ਹਾਂ ਨੇ ਹਿਰਦੇ ਚ ਵਸਾਇਆ। ਹੁਣ ਜੀਵਨ ਸਾਧ ਸੰਗਤ ਆਪਾਂ ਜਿੰਨੇ ਵੀ ਸਰੋਤ ਵਿਚਾਰੇ ਆ, ਉਹਨਾਂ ਦਾ ਜੇ ਆਪਾਂ ਵਿਸ਼ਲੇਸ਼ਣ ਕਰੀਏ ਜੀਵਨ ਦੇ ਵਿੱਚ, ਜੇ ਉਹਨਾਂ ਗੱਲਾਂ ਨੂੰ ਧਾਰਨ ਕਰੀਏ, ਤੇ ਸਤਿਗੁਰਾਂ ਨੇ ਵਾਰ-ਵਾਰ ਸਾਨੂੰ ਇਹੀ ਗੱਲ ਸਮਝਾਈ ਹੈ ਕਿ ਜੀਵਨ ਜਿਹੜਾ ਹੈ ਨਾ ਉਹ ਬੜਾ ਅਨਮੋਲ ਹੈ। ਕਿਉਂਕਿ ਗੁਰੂ ਨੂੰ ਪਤਾ ਹੁੰਦਾ ਹੈ ਸਾਧ ਸੰਗਤ, ਗੁਰੂ ਨੂੰ ਸਾਡੇ ਦੁੱਖਾਂ ਦਾ ਕਰਕੇ ਨਾ, ਗੁਰੂ ਨੂੰ ਨਹੀਂ ਇਸ, ਹਾਂ ਗੁਰੂ ਦੁਖੀ ਨਹੀਂ ਹੁੰਦਾ,
पर साडे दुखों का करके गुरु नूं भी दुख आउंदा है। इसे करके गुरु सानूं वार-वार समझाउंदी है कि भाई जीवन दे विच इन्हां दुखां तो उपर उठ जा, क्योंकि एक मनोरथ है तेरी जिंदगी का कुछ प्राप्ति कर। जे कुछ प्राप्त करना है तो ਉਹਦੇ वास्ते तेनों रस्ता भी कोई लैना पवेगा, कोई मंजिल भी तेरी है, तो उस मंजिल के वास्ते तेनों गुरु के कोल आना पवेगा। ते मनुख नूं गुरु के कोलों आके ही ज्ञान प्राप्त हो सकता, होर किसी नहीं। ते वार-वार सतगुरु सानूं यही ज्ञान दिंदे, महाराज ने कहा नाल कुछ नहीं जाना, जीवन का मनोरथ पछाण, जे तू भजन नहीं करता तू सुकर दी नाई है, सवाण दी नाई है, माया दे विच तू फसिया पिया है, तेरे जीवन दे विच वो रस वो आनंद क्यों नहीं आउंदा पिया। सतगुरां ने वार-वार सानूं समझाया इन्हां श्लोकां दे अंदर। ते सतगुरु सच्चे पातशाह बड़ियां रहमतां सतगुरां ने कीतियां। हुण आप दे सतगुरु बंदरां तो मुक्त हन, ठीक है, सतगुरां नूं सरीरक तौर ते बंधन पै गए, सरीरक तौर ते सतगुरां नूं कैद कर लिया गया, पर मन करके ते विचारा करके ते सतगुरु मुक्त हन। ਜਿਹੜੇ ਗੁਰੂ ਸਾਹਿਬ ਕਹਿ ਰਹੇ ਨੇ ਭੈ ਕਾਹੂ ਕੋ ਦੇਤਨੈ ਨਹਿ ਭੈ ਮਾਨ ਤਿਆਰ, ਜਿਹੜੇ ਬਾਰੇ ਕਹਿੰਦੇ ਅਸੀਂ ਕਿਸੇ ਨੂੰ ਨਾ ਭੈ ਦਿੰਦੇ ਆ, ਨਾ ਕਿਸੇ ਦਾ ਭੈ ਆਪਣੇ ਜੀਵਨ 'ਚ ਲੈ ਕੇ ਆਉਂਦੇ, ਉਸ ਗੁਰੂ ਨੂੰ ਕੌਣ ਕੈਦ ਕਰ ਸਕਦਾ? ਨਹੀਂ ਕਰ ਸਕਦਾ। हाँ शरीर करके मार पर विचारा करके तामी काजी कहता कि जां ते तुसी कोई करामात दिखाओ, जां इस्लाम धारण कर लो, ते जां अपने प्राण जिहड़े ओ त्याग दो, तुहानूं जां कतल कर दित्ता जावेगा। महाराज ने कहा ये नाटक चेतक किए को काजा प्रभ लोगण के आवत लाजा। धन गुरु गोबिंद सिंह महाराज कहते गुरु के गल जिहड़े हुंदे आ, वाहिगुरू के प्यारे हुंदे आ ना, वो इन्हां नाटकां चेतकां च नहीं कहते। ਤੁਸੀਂ ਕਹਿੰਦੇ ਕਰਾਮਾਤ ਦਿਖਾਓ, ਅਸੀਂ ਕਰਾਮਾਤ ਨਹੀਂ ਮਾਰੇ ਕਹਿੰਦੇ ਦਿਖਾਉਣੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਤਿਗੁਰੂ ਕਹਿੰਦੇ ਅਸੀਂ ਕਰਾਮਾਤ ਨਹੀਂ ਵਿਖਾਉਣੀ, ਤੇ ਜੇ ਤੁਸੀਂ ਕਹਿੰਦੇ ਸਲਾਮ ਧਾਰਨ ਕਰ ਲਓ ਤੇ ਮੌਤ ਤੇ ਸਲਾਮ ਧਾਰਨ ਕਰਕੇ ਵੀ ਆ ਜਾਣੀ, ਮੌਤ ਤੇ ਆਉਣੀ ਆਉਣੀ ਹੈ। ਤੇ ਜੇ ਮੌਤ ਦੀ ਗੱਲ ਕਰਦੇ ਹੋ ਜੋ ਅਸੀਂ ਤਿਆਰ ਹਾਂ, ਮੌਤ ਵਾਸਤੇ ਤਿਆਰ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਸ਼ਹਾਦਤ ਦੇ ਦਿੱਤੀ, ਪਰ ਸਤਿਗੁਰਾਂ ਨੇ ਇਹ ਨਹੀਂ ਕਦੇ ਵੀ ਤਿਆਗਿਆ ਆਪਣੇ ਮਨ ਕਰਕੇ। सतगुरु सच्चे पातशाह गुरु गोबिंद सिंह महाराज कहते सिर दिया पर सिर ले दिया, सिर नहीं महाराज ने दिता, सिर दे दिता। इसे करके साथ संगत सतगुरु सानू यही वार-वार समझाया महाराज के श्लोकां दे अंदर कि जीवन दे विचों साथ संगत जे जीवन दे विच अपने मन दे उत्ते मनुख दा काबू है, जे जीवन दे विच ओने कुछ प्राप्त करना है, जे बंधनां तो मुक्त हो गया ਤੇ ਫਿਰ ਇਹ ਕੋਈ ਕੁਰਬਾਨੀ ਕਰ ਸਕਦਾ, ਨਹੀਂ ਤੇ ਮਨੁੱਖ ਬੰਧਨਾਂ ਵਿੱਚ ਕਿਰਿਆ ਮਨੁੱਖ ਕੁਰਬਾਨੀ ਨਹੀਂ ਕਰ ਸਕਦਾ। ਉਸ ਦਿਨ ਵੀ ਗੱਲ ਕੀਤੀ ਸੀ ਕਿ ਕੁਰਬਾਨੀ ਸਿਰਫ ਉਹਨਾਂ ਨੇ ਕੀਤੀ ਜਿਨ੍ਹਾਂ ਨੇ ਜੀਵਨ ਦੇ ਵਿੱਚ ਬੰਧਨ ਤੋੜੇ, ਤੇ ਜੇ ਮਨੁੱਖ ਦੇ ਜੀਵਨ 'ਚ ਬੰਧਨ ਹੀ ਰਹਿ ਗਏ ਤੇ ਉਹ ਕੁਰਬਾਨੀ ਨਹੀਂ ਵੱਡੀ ਕਰ ਸਕਦਾ। ਤੇ ਸਤਿਗੁਰਾਂ ਨੇ ਦੋ ਤਰ੍ਹਾਂ ਦੇ ਜਿਹੜਾ ਹੈ ਨਾ ਸਾਨੂੰ ਹੁਲਾਰਾ ਦਿੱਤਾ ਸਾਡੇ ਜੀਵਨ 'ਚ। ਧੰਨ ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਸਾਨੂੰ ਬਲ ਦਿੱਤਾ ਹੈ, ਤੇ दूसरा महाराज ने बलिदान दिता। बल किवें दिता? आ सारी बाणी सतगुरां दी 57 श्लोक 59 शब्द ये सानू बल देते हैं। जदों पढ़ते हैं ना ते बार-बार महाराज कहते भाई किसी ने साथ नहीं निभना, जीवन दे विच तू कल्ला आया ते कल्ला इस जीवन नूं जिउ के जाना है, परमेश्वर की बंदगी करनी है। सतगुरां ने बल दिता, महाराज ने भ्रमण किया पूरे हिंदुस्तान का। धन गुरु तेग बहादुर महाराज सच्चे पातशाह ते सारे थाई जा जाके महाराज ने यही बल दिता कि भाई समा बहुत भयानक आ रहा, अपने आप को संभाल लो। जीवन दे विच इस परिवार के नाल ही ना जुड़ के रह जिओ, समाज के नाल ही ना जुड़ के रह जिओ, अपने अपने जीवन सवारना करो ताकि तुसी धर्म के लिए कुर्बानी कर सको। ते सतगुरु सच्चे पातशाह ने यह बल दिता है हिंदुस्तान के लोगों को। जदों महाराज ने बलिदान दिता है ते फिर वो बल ते बलिदान ही ऐसा बन गया जिहदे नाल हिंदुस्तान की जी रूह निकल आई। देखते ही है ना पंज गुरु तेग बहादुर महाराज की शहादत होती है, सतगुरां की शहादत तो बाद हुंदा की है साध संगत, ये जिन्ने भी मुसलमान सन इस्लामिक दायरे वाले जिन्हां की सौड़ी सोच सी वो सारे के सारे साध संगत एक पासे कर दिते। गुरु गोबिंद सिंह महाराज ऐसा खालसा पंथ साज दिता सतगुरां ने कि जिहदे विच किसी तरह की कोई ऊंच नहीं कोई नीच नहीं। सतगुरु सच्चे पातशाह जी का यह खालसा जिहड़ा अगे वध के लड़दा ते साध संगत ते सतगुरां ने बल भरिया। धन गुरु तेग बहादुर महाराज ये बल बलिदान दे नाल आया।
ਤੇ ਸਤਿਗੁਰਾਂ ਨੇ ਇਹ ਗੱਲ ਆਪਣੀ ਬਾਣੀ 'ਚ ਵਾਰ-ਵਾਰ ਸਾਨੂੰ ਸਮਝਾਇਆ, ਜਿੱਥੇ ਮਹਾਰਾਜ ਨੇ ਕਿਹਾ ਬਾਲ ਜਵਾਨੀ ਅਰ ਬਿਰਧ ਪੁਨ ਤਿੰਨ ਅਵਸਥਾ, ਤੀਨ ਅਵਸਥਾ ਜਾਨ, ਤਿੰਨ ਅਵਸਥਾ ਹਨ ਜੀਵਨ ਦੀਆਂ, ਤੇ ਉਹਦਾ ਭਜਨ ਕਰ। ਤੇ ਫਿਰ ਮਹਾਰਾਜ ਨੇ ਇਹ ਵੀ ਕਿਹਾ ਭਰਮ ਜਿਹੜਾ ਉਹ ਨਾਸ਼ ਕਰਦੇ, ਜਨਮਾਂ ਜਨਮਾਂ ਦਾ ਭਰਮਾਂ ਦੇ ਵਿੱਚ ਭਟਕਦਾ ਪਿਆ। ਫਿਰ ਮਹਾਰਾਜ ਨੇ ਕਿਹਾ ਪਰਮੇਸ਼ਰ ਦੀ ਭਗਤੀ ਕਰ ਲੈ, ਤੇ ਜੇ ਤੇਰੇ ਜੀਵਨ 'ਚ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਨਹੀਂ ਹੈ, ਤੇ ਤੂੰ ਇਹ ਗੱਲ ਜਾਣ ਲਈ ਕਿ ਤੂੰ ਸ਼ੂਕਰ ਦੇ ਸਮਾਨ ਤੋਂ ਜ਼ਿਆਦਾ ਵੱਡਾ ਨਹੀਂ, ਤੂੰ ਇੱਕ ਕੁੱਤੇ ਤੇ ਸੂਰ ਦੇ ਸਮਾਨ ਹੈ ਜੇ ਬੰਦਗੀ ਨਹੀਂ ਕਰਦਾ। ਫਿਰ ਮਹਾਰਾਜ ਨੇ ਇੱਥੋਂ ਤੱਕ ਕਿਹਾ, ਮਹਾਰਾਜ ਨੇ ਕਿਹਾ ਜੀਵਨ ਜਿਹੜਾ ਬੜਾ ਅਨਮੋਲਕ ਹੈ, ਤੇ ਸਾਰਾ ਜੀਵਨ ਮਨੁੱਖ ਦਾ ਬੀਤ ਜਾਂਦਾ, ਬੰਦਗੀ ਨਹੀਂ ਕਰਦਾ, ਫਿਰ ਸਿਰ ਵੀ ਕੰਬਦਾ, ਪੈਰ ਵੀ ਡਗਮਗਾਉਂਦੇ ਆ, ਨੈਣ ਵੀ ਜੋਤ ਹੀਨ ਹੋ ਜਾਂਦੀ ਹੈ, ਤਾਂ ਵੀ ਮਨੁੱਖ ਭਜਨ ਨਾ ਕਰੇ, ਕਿੰਨੀ ਮਾੜੀ ਗੱਲ ਹੈ। ਜੀਵਨ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਜਦੋਂ ਆਪਾਂ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਤੇ ਸਾਧ ਸੰਗਤ ਸਾਨੂੰ ਵਿਸ਼ਾਲਤਾ ਮਿਲਦੀ ਹੈ। ਵਿਸ਼ਾਲਤਾ ਕਿਵੇਂ? ਮਹਾਰਾਜ ਨੇ ਬ੍ਰਹਮੰਡਾਂ ਦੀ ਗੱਲ ਕੀਤੀ, ਖੰਡਾਂ ਦੀ ਗੱਲ ਕੀਤੀ, ਤੇ ਸਤਿਗੁਰਾਂ ਨੇ ਪੂਰੇ ਜਿੰਨਾ ਵੀ ਵਿਸ਼ਵ ਹੈ, ਜਿੰਨਾ ਵੀ ਬ੍ਰਹਮੰਡ ਖੰਡ ਹਨ, ਉਹਨਾਂ ਦੀਆਂ ਗੱਲਾਂ ਸਾਨੂੰ ਦੱਸੀਆਂ। ਪਰ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ, ਜਾਂ ਦੀ ਬਾਣੀ ਨੂੰ ਪੜ੍ਹਦੇ ਹਾਂ, ਤੇ ਸਤਿਗੁਰਾਂ ਨੇ ਗੱਲ ਮਨ ਦੀ ਤੇ ਸਾਡੇ ਪਰਿਵਾਰਾਂ ਦੀ ਕੀਤੀ। ਸਾਡੇ ਪਰਿਵਾਰਾਂ ਦੀਆਂ ਉਦਾਹਰਨਾਂ ਲੈ ਲੈ ਕੇ ਨਿੱਕੀਆਂ ਨਿੱਕੀਆਂ, ਕਿ ਭਾਈ ਤੇਰੇ ਸੰਗ ਕਿਸੇ ਤੇ ਨਹੀਂ ਜਾਣਾ, ਇੱਥੇ ਸਾਰਾ ਕੁਝ ਛੱਡ ਜਾਣਾ, ਜਗਤ ਝੂਠ ਦੇ ਸਵਾਲ। ਇਹ ਸਾਡੇ ਜੀਵਨ 'ਚ ਛੋਟੀਆਂ ਛੋਟੀਆਂ ਗੱਲਾਂ ਮਹਾਰਾਜ ਨੇ ਲੈ ਕੇ ਸਾਨੂੰ ਸਮਝਾਇਆ, ਤੇ ਉਸ ਦੇ ਵਿਚਾਰ ਕੀਤੀ ਸੀ ਸ਼ਲੋਕ ਦਾ ਅਰਥ ਕੀ ਹੁੰਦਾ ਹੈ। ਸ਼ਲੋਕ ਹੁੰਦਾ ਹੈ ਸਾਧ ਸੰਗਤ ਜਿਹੜਾ ਵੱਡੀ ਗੱਲ ਨੂੰ ਕਿਸੇ ਛੋਟੇ ਜਿਹੇ ਸ਼ਬਦਾਂ, ਥੋੜੇ ਸ਼ਬਦਾਂ 'ਚ ਕਹਿ ਦਿਆ, ਤੇ ਮਹਾਰਾਜ ਨੇ ਇਹ ਥੋੜੇ ਥੋੜੇ ਸ਼ਬਦਾਂ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਸਾਡੇ ਜੀਵਨ ਦੀਆਂ ਦੱਸੀਆਂ, ਕਿ ਭਾਈ ਬੜਾ ਨੇੜੇ ਹੋ ਕੇ ਮੈਂ ਜੀਵਨ ਨੂੰ ਤੱਕਿਆ, ਬੜਾ ਨੇੜੇ ਹੋ ਕੇ। ਮਨ ਨੂੰ ਵਾਰ-ਵਾਰ ਸੰਬੋਧਨ ਕਿਉਂ ਕਰਦੇ ਮਹਾਰਾਜ? ਕਿਉਂਕਿ ਸਤਿਗੁਰੂ ਮਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਕਿ ਮਨ ਭਟਕਦਾ ਕਿਵੇਂ ਹੈ, ਮਨ ਦੀ ਕੀ ਅਵਸਥਾ ਹੁੰਦੀ ਹੈ ਜਦੋਂ ਬੰਦਗੀ ਨਹੀਂ ਕਰਦਾ। ਫਿਰ ਬੰਧਨ ਪੈਂਦੇ ਕਿਵੇਂ ਆ? ਬੰਧਨ ਮਨ ਕਰਕੇ ਪਏ ਆ ਨਾ ਸਾਨੂੰ, ਤੇ ਬੰਧਨ ਮਨ ਕਰਕੇ ਬੰਧਨਾਂ ਨੂੰ ਛੱਡਣਾ ਹੈ। ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਇਹ ਮਨ ਦਾ ਕਰਕੇ ਹੀ ਸਾਨੂੰ ਬੰਧਨ ਪਏ ਆ, ਤੇ ਛਡਾਉਣ ਵਾਲਾ ਵੀ ਸਾਡਾ ਮਨ ਹੈ। ਜਦੋਂ ਵਿਚਾਰ ਗੁਰੂ ਦੀ ਲੈ ਲਵਾਂਗੇ, ਤੇ ਉਸ ਵਿਚਾਰ ਦੇ ਵਿੱਚੋਂ ਹੀ ਸਾਡਾ ਮਨ ਬਾਹਰ ਨਿਕਲ ਆਵੇਗਾ, ਜਿਹੜੀ ਮਾੜੀ ਵਿਚਾਰ ਹੁੰਦੀ ਹੈ। ਦੁਰਮਤ ਸਿਓ ਨਾਨਕ ਪਦਿਓ ਰੱਖ ਲਿਓ ਭਗਵਾਨ। ਇਹ ਜਿਹੜੀ ਦੁਰਮਤ ਦੇ ਵਿੱਚ ਸਾਡਾ ਮਨ ਵਸਿਆ, ਉਹਨੂੰ ਬਚਣ ਦਾ ਰਸਤਾ ਕੀ ਹੈ? ਸਾਧ ਸੰਗਤ ਸਵਾਈ ਨੂੰ ਦੇ ਸ਼ਰਨ, ਗੁਰੂ ਦੀ ਸ਼ਰਨ, ਗੁਰੂ ਦੇ ਵਿਚਾਰ। ਹੁਣ ਮਨ ਬਣਦਾ ਸਾਧ ਸੰਗਤ ਇਸੇ ਚੀਜ਼ ਤੋਂ ਹੈ। ਮਨ ਹੋਰ ਕਿਸੇ ਤਰ੍ਹਾਂ ਨਹੀਂ ਬਣਦਾ। ਮਨ ਕਿਵੇਂ ਬਣਦਾ ਹੈ? ਸਾਡੇ ਵਿਚਾਰ ਹੀ ਹਨ ਸਾਡਾ ਮਨ, ਜੋ ਅਸੀਂ ਦੇਖਦੇ ਹਾਂ, ਜੋ ਅਸੀਂ ਸਮੈਲ ਕਰਦੇ ਹਾਂ, ਜੋ ਸੁਣਦੇ ਹਾਂ, ਜੋ ਸਪਰਸ਼ ਕਰਦੇ ਹਾਂ, ਉਹਦੇ ਅਨੁਸਾਰ ਸਾਡਾ ਮਨ ਬਣਦਾ ਹੈ। ਤੇ ਜਦੋਂ ਅਸੀਂ ਸੰਗਤ 'ਚ ਬੈਠਦੇ ਹਾਂ, ਤੇ ਇੱਥੋਂ ਜਿਹੜੇ ਵਿਚਾਰ ਲੈਂਦੇ ਆ, ਉਹਦੇ ਨਾਲ ਚੰਗੇ ਵਿਚਾਰ ਬਣਦੇ। ਫਿਰ ਉਹ ਚੰਗੇ ਵਿਚਾਰ ਮਾੜੇ ਵਿਚਾਰਾਂ ਨੂੰ ਕੱਟ ਕੇ, ਤੇ ਇੱਕ ਗੁਰਮੁਖ ਜਿਹੜਾ ਹੈ, ਗੁਰੂ ਵੱਲ ਜਿਹਦਾ ਮੁਖ ਹੁੰਦਾ, ਉਹ ਸਾਨੂੰ ਬਣਾ ਦਿੰਦੇ ਆ। ਤੇ ਸਤਿਗੁਰਾਂ ਨੇ ਸਾਨੂੰ ਇਹੀ ਬਖਸ਼ਿਸ਼, ਇਹੀ ਰਹਿਮਤ ਕੀਤੀ। ਸਾਡੇ ਉੱਪਰ ਮਹਾਰਾਜ ਨੇ ਕਿਹਾ ਰਾਮ ਨਾਮ ਔਰ ਮੈਂ ਗਏ। ਜਿਸ ਮਨੁੱਖ ਨੇ ਉਸ ਵਾਹਿਗੁਰੂ ਦਾ, ਹਰੀ ਦਾ ਨਾਮ ਉਹਦੇ ਵਿੱਚ ਗ੍ਰਹਿਣ ਕਰ ਲਿਆ, ਜਿਹਨੇ ਗੁਰੂ ਵੱਲ ਮੁਖ ਕਰ ਲਿਆ, ਗੁਰੂ ਦੇ ਕੋਲੋਂ ਬੰਦਗੀ ਸਿੱਖ ਲਈ, ਜਿਹਨੇ ਇਹਨਾਂ ਸਾਰਿਆਂ ਸਰੂਪਾਂ ਦੇ ਵਿਚਾਰ ਸਰਵਣ ਕਰ ਲਈ, ਉਹਦੇ ਜੀਵਨ 'ਚ ਰਾਮ ਦਾ ਨਾਮ ਆ ਗਿਆ। ਉਹਨੇ ਰਾਮ ਦਾ ਨਾਮ ਗ੍ਰਹਿਣ ਕਰ ਲਿਆ, ਮਨ ਦੇ ਵਿੱਚ ਜਾ ਕੇ ਸਤਿ ਹੋਏ। ਸਤਿਗੁਰੂ ਕਹਿੰਦੇ ਉਹਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ। ਰਾਮ ਦੇ ਭਗਤ ਦੇ ਬਰਾਬਰ, ਉਸ ਵਾਹਿਗੁਰੂ ਦੇ ਭਗਤ ਦੇ ਬਰਾਬਰ ਕੌਣ ਹੈ? ਕੋਈ ਵੀ ਨਹੀਂ। ਜਿਹਨੇ ਬੰਦਗੀ ਕੀਤੀ, ਜਿਹਨੂੰ ਜੀਵਨ ਦਾ ਮਨੋਰਥ ਪਤਾ ਲੱਗ ਗਿਆ, ਉਹਦੇ ਬਰਾਬਰ ਕੌਣ ਹੋ ਸਕਦਾ? ਸੰਸਾਰ ਤੇ ਮਨੁੱਖ ਆਉਂਦੇ ਆ, ਜਾਂਦੇ ਆ, ਤੇ ਉਹ ਹੀ ਜੀਵਨ ਬਤੀਤ ਕਰਕੇ ਚਲੇ ਜਾਂਦੇ। ਸਤਿਗੁਰੂ ਕਹਿੰਦੇ ਆਇਆ ਗਿਆ ਹੋਇਆ ਨਾਉ ਪਿਛੈ ਪਤਨ ਸਦੀਓ ਕਾ। ਪਰ ਜਿਹੜਾ ਬੰਦਗੀ ਕਰਨ ਵਾਲਾ ਹੈ, ਉਹ ਆਉਂਦਾ ਹੈ, ਉਹਦੇ ਜੀਵਨ 'ਚ ਰਾਮ ਦਾ ਨਾਮ ਆਉਂਦਾ ਹੈ, ਉਹਦੇ ਵਿੱਚ ਧਾਰਨ ਕਰਦਾ ਹੈ, ਹਿਰਦੇ 'ਚ ਧਾਰਨ ਕਰਦਾ ਹੈ, ਨਿਰੰਤਰ ਜਪਦਾ ਹੈ, ਦਿਨ ਰਾਤ ਜਪਦਾ ਹੈ, ਉਹਦੇ ਬਰਾਬਰ ਹੋ ਕੋਈ ਨਹੀਂ। ਇਸ ਸਿਫਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਅਜਿਹੇ ਮਨੁੱਖ ਦੇ ਦਰਸ਼ਨਾਂ ਦੇ ਨਾਲ ਸੰਕਟ ਖਤਮ ਹੋ ਜਾਂਦੇ ਆ। ਜਿਹੜਾ ਪ੍ਰਭੂ ਦਾ ਪਿਆਰਾ ਹੁੰਦਾ ਹੈ, ਦਰਸ ਤੁਹਾਰੋ ਹੋਏ, ਵਾਹਿਗੁਰੂ ਜੀ ਤੁਹਾਡੇ ਦਰਸ਼ਨ ਉਹਦੇ ਵਿੱਚ ਹੁੰਦੇ ਆ, ਜਿਹੜਾ ਰੱਬ ਦੇ ਪਿਆਰੇ ਹੁੰਦੇ ਆ। ਸੋ ਰੱਬ ਦੇ ਪਿਆਰੇ ਬਣਨ ਵਾਸਤੇ ਜਗਿਆਸੂ ਬਣਨਾ ਪਵੇਗਾ, ਤੇ ਜਗਿਆਸੂ ਬਣਨ ਵਾਸਤੇ ਗੁਰੂ ਦੀ ਸੰਗਤ ਵਿੱਚ ਆਉਣਾ ਪਵੇਗਾ। ਤੇ ਜਿਹੜਾ ਮਨੁੱਖ ਸੰਗਤ ਕਰਦਾ ਹੈ, ਤੇ ਇਹ ਸਤਿਗੁਰਾਂ ਨੇ ਪ੍ਰਤੱਖ ਗੱਲ ਕਹੀ ਹੈ ਕਿ ਵਿੱਚ ਸੰਗਤ ਹਾਰ ਕਰ ਵਸਦਾ ਹੈ। ਜੀਵਨ ਘੜਿਆ ਹੀ ਸਾਧ ਸੰਗਤ, ਸੰਗਤ ਨਾਲ ਜਾਂਦਾ ਹੈ। ਜੀਵਨ ਜੇ ਮਨੁੱਖ ਕਵੇ ਨਾ ਮੈਂ ਆਪਣੇ ਆਪ ਇਸ ਬਲ ਦੇ ਨਾਲ, ਆਪਣੀ ਤਾਕਤ ਦੇ ਨਾਲ
इन्हां विकारां तो छुट जावां कदी नहीं हुंदा। पर जदों मनुख संगत करदा हौली हौली विकार भी दूर हो जाते हैं। विचारां दा ही है ना मन, विचार चंगे लै लवांगे ते सारा कुछ खत्म। तो जदों विचार चंगे आउण लग पे जीवन दे विच बंदगी आ गई, नाम आ गया, भजन आ गया, फिर सारे विकार छुट जाते हैं। सो सतगुरु रहमत करन मारे कहते कि भाई राम का नाम उहदे च धार जिन्हां ने कीता उन्हां वर्गा होर कोई नहीं। उन्हां दे दर्शनां नूं वेख के उन्हां नूं सिमर के जे सिमर संकट मिटे उस वाहिगुरू नूं सिमर के संकट नाश हुंदे आ। दर्श तुहारो होए ये वाहिगुरू जी तुहाडे दर्शन हुंदे आ। सो सतगुरु रहमत करन 57 श्लोकां दी इत्थे संपूर्णता है। होइयां व्यर्थ भुलां चिखां दी खिमा पिछले दिनां तो दास ने विचार रब कीती सी। कई प्रकार दीयां भुलां गलतियां हो जांदियां हन क्योंकि साध संगत सतगुरां दी बाणी दी विचार जे अज इस तरह कीती है कल कोई होर भी करेगा, वो अपनी बुद्धि की समर्था अनुसार करेगा। पर साध संगत ये विचार जीवन नूं बड़ा जिहड़ा है ना जीवन दे विच बहुत वड्डी जिहड़ी शक्ति लैके आउंदी है, बड़ा वड्डा बल लैके आउंदी जिहड़ा जीवन च इहनूं धारण करदा है। सो गलतियां दसदियां आप जी ने ना विचार दियां उपदेश सतगुरां दा है। वो उपदेश अपने हिरदे च वसा के जीवन नूं एक मार्ग ते लैके आईए। जो मनोरथ है जीवन का उन्होंने पूरा करिए। नाम बंदगी भजन वाले पासे जुड़िए, संगत रोजाना करिए ताकि क्योंकि साथ संगत माया आउण जाण है, बार बार सतगुरां ने समझाया है। ते माया दे नाल प्रीत जे साडी पई है उस प्रीत दे नाल हौली हौली छुटीए। ते जे ना छुटांगे अंत वेले बुढ़ेपे दे नाल मौत आवेगी, उन्हें ते सारा कुछ छुटा के लै जाना। इस करके गुरुआं दे अगे अरदास आप जी मेरे लिए करियो, मैं तुहाडे लिए अरदास करांगा सतगुरु रहमत कर इसी तरह संगत बनती रहे, चढ़ती कला सतगुरु बख्शे। इन्नियां बेनतियां परवान बुलाओ फतेह जी। वाहिगुरू जी का खालसा वाहिगुरू जी की फतेह।